ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਭਈ ਇੱਕ ਨੇਕ ਮਨੋਰਥ ਵਾਸਤੇ ਇਹ ਪ੍ਰੈਸ ਕਾਨਫਰੰਸ ਜ਼ਿਲ੍ਹਾ ਕਾਂਗਰਸ ਦੇ ਦਫ਼ਤਰ 'ਚ ਕੀਤੀ ਜਾ ਰਹੀ ਹੈ। ਇਹਦਾ ਉਦੇਸ਼ ਲੋਕਤੰਤਰ ਨੂੰ ਮਹਿਫੂਜ਼ ਕਰਨਾ, ਜਿਹੜਾ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਜਿਹੜੀਆਂ ਲੋਕਤੰਤਰ ਦੇ ਖਿਲਾਫ, ਇੱਕ ਫਰੀडम फाइटर ਪਰਿਵਾਰ, ਇੱਕ ਦੇਸ਼ ਭਗਤ ਪਰਿਵਾਰ ਦੇ ਖਿਲਾਫ ਜਿਹੜਾ ਸ਼ੜਯੰਤਰ ਰਚਦੇ, ਪਹਿਲਾਂ ਤੇ ਉਹਦਾ ਨਾਮ ਬਦਨਾਮ ਕਰਨ ਦੀ ਕੋਈ ਨਹੀਂ ਜੀ, ਇਹ ਰਾਹੁਲ ਵਰਸਸ ਮੋਦੀ, ਇਹ ਪੱਪੂ ਹੈ, ਇਹ ਇੱਦਾਂ ਉੱਦਾਂ, ਜਦੋਂ ਉਹ ਲੇਬਲ ਉਹਨਾਂ ਦਾ ਫਟਿਆ ਔਰ ਰਾਹੁਲ ਗਾਂਧੀ ਜੀ ਨੇ ਭਾਰਤ ਜੋੜੋ ਯਾਤਰਾ ਦੇ ਵਿੱਚ ਪੂਰੀ ਹਿੰਦੁਸਤਾਨ ਦੀ ਯਾਤਰਾ ਕੰਨਿਆ ਕੁਮਾਰੀ ਤੋਂ ਲੈ ਕੇ, ਔਰ ਉਹਨਾਂ ਦਾ ਇੰਨਾ ਸਵਾਗਤ ਲੋਕਾਂ ਨੇ, ਜਾਓ ਸ਼੍ਰੀਨਗਰ ਦੇ ਵਿੱਚ ਕਹਿੰਦੇ ਸਨ ਭਾਈ ਇੱਥੇ ਬੰਬ ਬਲਾਸਟ ਹੋਣਗੇ, ਲੇਕਿਨ ਸ਼੍ਰੀਨਗਰ ਦੇ ਵਿੱਚ ਜੋ ਰਾਹੁਲ ਗਾਂਧੀ ਜੀ ਦਾ ਸਵਾਗਤ ਹੋਇਆ ਉਹਨੂੰ ਵੇਖਦਿਆਂ ਹੋਏ ਇਹ ਘਬਰਾਏ। ਹੁਣ ਇਲੈਕਸ਼ਨ ਵੀ ਉਹਨਾਂ ਨੇ ਪੋਸਟਪੋਨ ਕੀਤੇ ਹੈ, ਫਿਰ ਉਹਨਾਂ ਨੇ ਉੱਥੇ ਵੋਟਰ ਸੂਚੀ ਨੂੰ ਠੀਕ ਕਰਨ ਦਾ ਹੁਕਮ ਦਿੱਤਾ। ਮੈਂ ਤੁਹਾਨੂੰ ਇਹ ਤੁਹਾਡੇ ਰਾਹੀਂ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ, ਰਾਹੁਲ ਗਾਂਧੀ ਜੀ ਇੱਕ ਦੇਸ਼ ਭਗਤ ਔਰ ਸੱਚੇ ਲੋਕਤੰਤਰ ਦੇ ਹਤੈਸ਼ੀ ਨੇ। ਉਹ ਪਰਿਵਾਰ ਉਹਨਾਂ ਨੇ ਪ੍ਰੂਵ ਕੀਤਾ ਆਪਣਾ ਵੀ ਸ਼ਹੀਦੀਆਂ ਆਜ਼ਾਦੀ ਤੋਂ ਪਹਿਲਾਂ ਹੋਣ, ਆਜ਼ਾਦੀ ਤੋਂ ਬਾਅਦ ਹੋਣ, ਬਲੀਦਾਨ। ਮੈਂ ਕਹਿੰਦਾ ਅਗਰ ਕੋਈ ਪਰਿਵਾਰ ਖਾਲਸ ਲੋਕਤੰਤਰ ਦਾ ਪਹਿਰੇਦਾਰ ਹੈ ਤੇ ਉਹ ਗਾਂਧੀ ਪਰਿਵਾਰ ਹੈ। ਲੇਕਿਨ ਇਹਨਾਂ ਨੂੰ ਖਤਰਾ ਵੀ ਗਾਂਧੀ ਪਰਿਵਾਰ ਤੋਂ ਹੈ। ਇਹਨਾਂ ਨੇ ਆਨਣ ਫਾਨਣ ਦੇ ਵਿੱਚ ਛੇਤੀ ਹੀ ਇਹ ਤੇ ਚਾਹੁੰਦੇ ਨੇ, ਉਹਨਾਂ ਦਾ ਰੈਜ਼ੀਡੈਂਸ, ਉਹਨਾਂ ਦੇ ਕੋਲ ਕੋਈ ਆਪਣਾ ਘਰ ਨਹੀਂ, ਆਨੰਦ ਭਵਨ ਉਹਨਾਂ ਨੇ ਦਾਨ ਕੀਤਾ ਔਰ ਉਹ ਕਦੀ ਕਿਸੇ ਵੀ ਚੀਜ਼ ਦੇ ਮੁਹਤਾਜ ਨਹੀਂ ਹੈ। ਔਰ ਉਹਨਾਂ ਦੀ ਰਿਹਾਇਸ਼ ਦੇ ਉੱਤੇ ਵੀ ਇਹਨਾਂ ਉਸੇ ਦਮ, ਇਹਨਾਂ ਦੀ ਨੀਅਤ ਦਾ ਸ਼ੱਕ ਤੇ ਇੱਥੋਂ ਪੈਂਦਾ ਭਾਈ ਉਸੇ ਦਮ ਹੀ ਇਹਨਾਂ ਨੇ ਉਹਨਾਂ ਨੂੰ ਸਦਸਤਾ ਖਾਰਜ ਕੀਤੀ, ਉਸੇ ਦਮ ਹੀ ਉਹਨੂੰ ਹਾਊਸ ਖਾਲੀ ਕਰਨ ਦਾ ਫਰਮਾਨ ਨੋਟਿਸ ਵੀ ਜਾਰੀ ਕਰਤਾ। ਬੇਸ਼ੱਕ ਇਹ ਜੋ ਮਰਜ਼ੀ ਕਰ ਲੈਣ, ਰਾਹੁਲ ਗਾਂਧੀ ਦੇ ਇਰਾਦੇ ਨੇਕ ਨੇ। ਉਹਨਾਂ ਨੂੰ ਆਪਣੇ ਇਰਾਦਿਆਂ ਤੋਂ, ਹਿੰਦੁਸਤਾਨ ਦੀ ਸੁਰੱਖਿਆ ਤੋਂ, ਹਿੰਦੁਸਤਾਨ ਦੇ ਗਰੀਬ ਜਨਤਾ ਦੇ ਨਾਲ ਪਿਆਰ ਕਰਨ ਤੋਂ ਇਹ ਨਹੀਂ ਰੋਕ ਸਕਦੇ। ਹਮੇਸ਼ਾ ਹੀ ਉਸ ਪਰਿਵਾਰ ਨੇ, ਅਸੀਂ ਸਾਰੇ ਕਾਂਗਰਸ ਵਰਕਰ ਪੂਰੇ ਦੇਸ਼ ਦੇ ਵਿੱਚ ਉਹਨਾਂ ਦੇ ਨਾਲ ਆ। ਉਹਨਾਂ ਦੀ ਸੋਚ ਤੇ ਜੋ ਸਾਨੂੰ ਦਿਸ਼ਾ ਨਿਰਦੇਸ਼ ਮਿਲਣਗੇ, ਉਹਨਾਂ ਦੇ ਦੇਸ਼ ਦੀ ਬਿਹਤਰੀ ਦੇ ਲਈ, ਡੈਮੋਕ੍ਰੇਸੀ ਦੀ ਬਿਹਤਰੀ ਦੇ ਲਈ ਉਹ ਅਸੀਂ ਕਰਾਂਗੇ। ਸਾਡਾ ਅੰਥਕ ਪ੍ਰਯਾਸ ਰਹੇਗਾ। ਮੇਰੀ ਸਾਰੇ ਆਪਣੇ ਵਰਕਰਾਂ ਅੱਗੇ, ਸਾਥੀਆਂ ਅੱਗੇ ਬੜੇ ਅਹਿਮ ਰੋਲ ਹੈ ਇਹਨਾਂ ਦਾ। ਅੱਜ ਕੱਲ੍ਹ ਲੋਕਤੰਤਰ ਦਾ ਘਾਣ ਜਿਹੜਾ ਹੋ ਰਿਹਾ, ਇਹਨਾਂ ਨਹੀਂ ਘਰ ਘਰ ਪਹੁੰਚਾਉਣਾ, ਕਿਉਂਕਿ ਬਾਗਡੋਰ ਇਹਨਾਂ ਕੋਲ ਹੈ। ਵੱਡੀ ਪ੍ਰੈਸ ਨੂੰ ਉਹਦੇ 'ਤੇ ਉਹ ਸ਼ੋਅ ਹੀ ਨਹੀਂ ਕਰ ਰਹੇ, ਲੇਕਿਨ ਸਾਨੂੰ ਹੀ ਜਨਤਾ ਦੇ ਕੋਲ ਜਾਣਾ ਪੈਣਾ। ਅਸੀਂ ਇਹਦੇ ਵਾਸਤੇ ਤਿਆਰ ਹਾਂ। ਮੈਂ ਤੁਹਾਡਾ ਫਿਰ ਤੋਂ ਮੁੜ ਤੋਂ ਧੰਨਵਾਦ ਕਰਨਾ ਕਿ ਤੁਸੀਂ ਆਏ, ਔਰ ਤੁਸੀਂ ਵੀ, ਮੈਂ ਤੁਹਾਡੇ ਕੋਲੋਂ ਵੀ ਉਮੀਦ ਕਰਨਾ ਸਾਡਾ ਸਾਥ ਦਿਓ। ਪਠਾਨਕੋਟ ਦੇ ਮੀਡੀਆ ਦੇ ਸਾਰੇ ਹੀ ਇੱਥੇ ਜਿਹੜੇ ਆਏ ਨੇ, ਬੜੇ ਛੋਟੇ ਸੱਦੇ ਤੇ ਇੱਥੇ ਤੁਸੀਂ ਪਹੁੰਚੇ ਹੋ, ਬਹੁਤ ਬਹੁਤ ਧੰਨਵਾਦ। ਔਰ ਅੱਜ ਪੂਰੇ ਪੰਜਾਬ ਦੇ ਵਿੱਚ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਰਾਜਾ ਵੜਿੰਗ ਜੀ ਦੇ ਆਦੇਸ਼ ਦੇ ਅਧੀਨ। ਔਰ ਸਾਡਾ ਅੱਜ ਮਕਸਦ ਹੈਗਾ ਇੱਥੇ ਇਕੱਠੇ ਹੋਣ ਦਾ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹੋਵਾਂਗੇ ਕਿ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਔਰ ਭਾਜਪਾ ਸਰਕਾਰ, ਕੇਂਦਰ ਸਰਕਾਰ ਕਿਸ ਤਰ੍ਹਾਂ ਦੇ ਨਾਲ ਸਾਡੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੀ ਦੀ ਸਦੱਸਿਅਤਾ ਨੂੰ ਰੱਦ ਕਰਕੇ ਉਹਨਾਂ ਲਈ ਲੋਕਾਂ ਦੇ ਵਿੱਚ ਇਹ ਜ਼ਾਹਿਰ ਕਰ ਦਿੱਤਾ ਹੈਗਾ ਕਿ ਕੇਂਦਰ ਸਰਕਾਰ, ਭਾਜਪਾ ਸਰਕਾਰ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ, ਡਰੀ ਹੋਈ ਹੈ। ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ, ਸਪਰੈਸ ਕੀਤਾ ਜਾ ਰਿਹਾ। ਔਰ ਅੱਜ ਸਾਡਾ ਇਕੱਠਾ ਹੋਣ ਦਾ ਮਕਸਦ ਇਹੀ ਹੈਗਾ। ਤੁਹਾਡੇ ਸਾਹਮਣੇ ਕੁਝ ਇੱਥੇ ਮੈਂ ਕੁਝ ਗੱਲਾਂ ਰੱਖਾਂਗੀ ਜਿਹਦੇ ਵਿੱਚ ਅਸੀਂ ਖਾਸ ਤੌਰ ਤੇ ਇਹ ਜ਼ਾਹਿਰ ਹੋਏਗਾ ਕਿ ਰਾਹੁਲ ਗਾਂਧੀ ਜੀ ਦੀ ਸਦੱਸਿਅਤਾ ਨੂੰ ਰੱਦ ਕਰਨ ਵਾਸਤੇ ਕੇਂਦਰ ਸਰਕਾਰ ਨੇ ਕੀ ਚਾਲਾਂ ਚੱਲੀਆਂ ਨੇ, ਔਰ ਜਿਹੜੇ ਕਿ ਖਾਸ ਤੌਰ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਹੋਈ ਨਜ਼ਰ ਆਉਂਦੀਆਂ ਨੇ। ਮੈਂ ਦੱਸਣਾ ਚਾਹਾਂਗੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਰਾਹੁਲ ਗਾਂਧੀ ਜੀ ਦੀ MP ਸਦੱਸਿਅਤਾ ਨੂੰ ਵਿਦਿਨ 1 ਮੰਥ ਦੇ ਵਿੱਚ ਸਾਰਾ ਡਿਸੀਜਨ ਲੈ ਕੇ ਉਹਨਾਂ ਦੀ ਮੈਂਬਰਸ਼ਿਪ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਭਾਜਪਾ ਸਰਕਾਰ ਵੱਲੋਂ।
ਔਰ ਇਹ ਕਿਸ ਤਰ੍ਹਾਂ ਸਟਾਰਟ ਹੋਇਆ, ਕਿਉਂ ਹੋਇਆ, ਅੱਜ ਇਹਦੇ ਬਾਰੇ ਚਰਚਾ ਕਰਾਂਗੇ। ਮੈਂ ਦੱਸਣਾ ਚਾਹਾਂਗੀ 13 ਅਪ੍ਰੈਲ 2019 ਨੂੰ ਦੇਸ਼ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਕਰਨਾਟਕਾ ਦੇ ਵਿੱਚ ਚੋਣਾਂ ਦੌਰਾਨ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ, ਜਿੱਥੇ ਉਹਨਾਂ ਨੇ ਭਾਸ਼ਣ ਦੇ ਵਿੱਚ ਖਾਸ ਤੌਰ ਤੇ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਚੋਰੀ ਕਰਨ ਵਾਲਿਆਂ ਪਿੱਛੇ ਮੋਦੀ ਕਿਉਂ ਲੱਗਿਆ ਜਾ ਰਿਹਾ, ਜਿੱਦਾਂ ਕਿ ਨਰਿੰਦਰ ਮੋਦੀ, ਲਲਿਤ ਮੋਦੀ, ਨੀਰਵ ਮੋਦੀ। ਹਾਲਾਂਕਿ ਉਹਨਾਂ ਨੇ ਇਹ ਕਦੀ ਵੀ ਸਪਸ਼ਟੀਕਰਨ ਨਹੀਂ ਕੀਤਾ, ਨਾ ਉਹਨਾਂ ਨੇ ਆਪਣੇ ਵੱਲੋਂ ਇਹ ਕਿਹਾ ਕਿ ਦੇਸ਼ ਦੇ ਸਾਰੇ ਹੀ ਮੋਦੀ ਜਿਹੜੇ ਨੇ ਉਹ ਭ੍ਰਸ਼ਟ ਨੇ, ਨਾ ਹੀ ਇਹ ਤੋਂ ਇਹ ਸਾਬਿਤ ਹੁੰਦਾ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਇਹ ਗੱਲ ਕਰਨੀ ਨਾ ਹੀ ਇਹ ਬਿਆਨ ਕਰਦੀ ਹੈ ਕਿ ਉਹਨਾਂ ਨੇ ਕਿਸੇ ਵਰਗ ਨੂੰ, ਕਿਸੇ ਕਮਿਊਨਿਟੀ ਨੂੰ ਜਾਂ ਕਿਸੇ OBC ਦੇ ਵਰਗ ਨੂੰ ਉਹਨਾਂ ਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਦੱਸਣਾ ਚਾਹਾਂਗੀ ਨੀਰਵ ਮੋਦੀ ਔਰ ਲਲਿਤ ਮੋਦੀ ਕਿਆ ਇਹ OBC ਕੈਟਾਗਰੀ ਨੂੰ ਬਿਲੋਂਗ ਕਰਦੇ ਨੇ? ਨਾ ਹੀ ਉਹ OBC ਵਰਗ ਨੂੰ ਬਿਲੋਂਗ ਕਰਦੇ ਹੋਏ ਨੇ ਕਿਆ ਇੱਥੇ ਕਿਆ ਧਰਮ ਦਾ ਅਪਮਾਨ ਕੀਤਾ ਜਾ ਰਿਹਾ? ਇਹ ਝੂਠ ਬੋਲ ਕੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਕਿ ਜਦੋਂ ਸੱਚਾਈ ਦੀ ਆਵਾਜ਼ ਚੁੱਕੀ ਜਾਏਗੀ ਤੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਜ਼ਲੀਲ ਕੀਤਾ ਜਾਏਗਾ। ਇਹ ਕੋਈ ਧਰਮ ਦਾ ਅਪਮਾਨ ਨਹੀਂ ਹੋ ਰਿਹਾ, ਇੱਥੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ 16 ਅਪ੍ਰੈਲ ਨੂੰ BJP ਦੇ ਵਿਧਾਇਕ ਜਿਨ੍ਹਾਂ ਦਾ ਨਾਮ ਪੁਰਨੇਸ਼ ਪੂਤਵਾਲਾ ਸੀਗਾ, ਜਿਨ੍ਹਾਂ ਨੇ ਰਾਹੁਲ ਗਾਂਧੀ ਜੀ ਦੇ ਉੱਤੇ ਉਹਨਾਂ ਤੇ ਡੈਫਾਮੇਸ਼ਨ ਦਾ ਕੇਸ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਕੀਤੀ ਵੀ, ਔਰ ਕੋਰਟ ਦੇ ਵਿੱਚ ਜਾ ਕੇ ਸੂਰਤ 'ਚ ਬੇਸਿਕਲੀ ਗੁਜਰਾਤ ਵਿੱਚ ਉਹਨਾਂ ਨੇ ਡੈਫਾਮੇਸ਼ਨ ਦਾ ਕੇਸ ਰਾਹੁਲ ਗਾਂਧੀ ਜੀ ਤੇ ਦਰਜ ਕਰਵਾਇਆ। ਔਰ 29 ਅਕਤੂਬਰ 2021 ਨੂੰ ਇਸੇ ਕੇਸ ਦੇ ਤਹਿਤ ਸ਼੍ਰੀ ਰਾਹੁਲ ਗਾਂਧੀ ਜੀ ਨੇ ਉਸ ਕੋਰਟ ਦੇ ਨਿੱਜੀ ਕੋਰਟ ਦੇ ਵਿੱਚ ਜਾ ਕੇ ਉੱਥੇ ਆਪਣੇ ਬਿਆਨ ਦਰਜ ਕਰਵਾਏ। 7 ਮਾਰਚ 2022 ਨੂੰ ਸ਼ਿਕਾਇਤਕਰਤਾ ਨੇ ਗੁਜਰਾਤ ਹਾਈ ਕੋਰਟ ਦੇ ਵਿੱਚ ਉਸੇ ਡੈਫਾਮੇਸ਼ਨ ਦੇ ਕੇਸ ਦੇ ਉੱਤੇ ਸਟੇ ਆਰਡਰ ਲੈ ਲਿਆ। ਔਰ 7 ਫਰਵਰੀ 2023 ਨੂੰ ਸ਼੍ਰੀ ਰਾਹੁਲ ਗਾਂਧੀ ਜੀ ਨੇ ਲੋਕ ਸਭਾ ਦੇ ਵਿੱਚ ਅਡਾਨੀਆ ਦੇ ਅਗੇਂਸਟ ਜਿਹੜੇ ਸਵਾਲ ਚੁੱਕੇ, ਜਿਹੜੇ ਅਡਾਨੀਆ ਦੇ ਹਿਡਨਬਰਗ ਦੀ ਰਿਪੋਰਟ ਸਾਡੇ ਦੇਸ਼ ਦੇ ਵਿੱਚ ਸਾਹਮਣੇ ਆਈ, ਜਿਨ੍ਹਾਂ ਦੀਆਂ ਚੋਰੀਆਂ ਠੱਗੀਆਂ ਸਾਰਿਆਂ ਦੇ ਸਾਹਮਣੇ ਰਾਹੁਲ ਗਾਂਧੀ ਜੀ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਲੋਕ ਸਭਾ ਦੇ ਵਿੱਚ, ਉਹਨਾਂ ਬਾਰੇ ਜਦੋਂ ਕੁਐਸਚਨ ਰੇਜ਼ ਕੀਤੇ ਗਏ ਤੇ 16 ਫਰਵਰੀ 2023 ਨੂੰ ਸ਼ਿਕਾਇਤਕਰਤਾ ਨੇ ਪੂਰੇ 1 ਸਾਲ ਬਾਅਦ ਉਸ ਕੇਸ ਦੇ ਉੱਤੇ ਦੁਬਾਰਾ ਤੋਂ ਉਹ ਫਾਈਲ ਖੋਲੀ ਔਰ ਉਸ ਸਟੇ ਆਰਡਰ ਨੂੰ ਉਸੇ ਨਿੱਜੀ ਕੋਰਟ ਦੇ ਵਿੱਚੋਂ, ਹਾਈ ਕੋਰਟ ਦੇ ਵਿੱਚੋਂ ਸਟੇ ਵਾਪਸ ਲੈ ਲਿਆ ਗਿਆ। ਔਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਹੋ ਰਹੀ ਹੈ, ਤੁਸੀਂ ਇਹ ਚੀਜ਼ ਦਾ ਅਸੀਂ ਬੜੇ ਹੈਰਾਨ ਹੋ ਰਹੇ ਹਾਂ ਕਿ ਜਿਸ ਸ਼ਿਕਾਇਤਕਰਤਾ ਨੂੰ ਇਹ ਰਿਅਲਾਈਜ਼ ਹੋਇਆ ਹੋਵੇਗਾ ਕਿ ਮੈਂ ਰਾਹੁਲ ਗਾਂਧੀ ਜੀ ਉੱਤੇ ਜਿਹੜਾ ਡੈਫਾਮੇਸ਼ਨ ਦਾ ਕੇਸ ਪਾ ਰਿਹਾ, ਉਹ ਜਿਹੜੇ ਵਿਧਾਇਕ ਪੁਰਨੇਸ਼ ਪੂਤਵਾਲਾ ਸੀਗੇ, ਉਹਨਾਂ ਨੇ ਥੋੜੇ ਹੀ ਦਿਨਾਂ ਬਾਅਦ ਆਪਣਾ ਨਾਮ ਜਿਹੜਾ ਸੀਗਾ ਪੁਰਨੇਸ਼ ਮੋਦੀ ਰੱਖਣਾ ਸ਼ੁਰੂ ਕਰ ਦਿੱਤਾ, ਜਿਹੜੇ ਕਿ ਸੂਤਰਾਂ ਨੇ ਦੱਸਿਆ। ਔਰ ਉਹਨਾਂ ਨੇ ਸੂਰਤ ਕੋਰਟ ਦੇ ਵਿੱਚ ਡੈਫਾਮੇਸ਼ਨ ਦਾ ਕੇਸ ਲਗਾਇਆ, ਆਪਣਾ ਨਾਮ ਬਦਲ ਕੇ। ਉਹਨਾਂ ਨੂੰ ਲੱਗਿਆ ਹੋਵੇਗਾ ਕਿਤੇ ਨਾ ਕਿਤੇ ਉਹ ਗਲਤੀ ਕਰ ਰਹੇ ਨੇ ਜਾਂ ਉਹ ਆਪਣੇ ਹੀ ਕੇਸ ਦੇ ਵਿੱਚ ਫਸ ਸਕਦੇ ਨੇ ਜਾਂ ਉਹਨਾਂ ਤੇ ਉਲਟਾ ਡੈਫਾਮੇਸ਼ਨ ਦਾ ਕੇਸ ਪੈ ਸਕਦਾ ਹੈ। ਜਦੋਂ ਲੋਕ ਸਭਾ ਦੇ ਵਿੱਚ ਨਰਿੰਦਰ ਮੋਦੀ ਜੀ ਨੂੰ ਇਹ ਸਵਾਲ ਕੀਤਾ ਗਿਆ ਅਡਾਨੀਆਂ ਦੇ ਖਿਲਾਫ ਕਿ ਇਹ ਪੈਸਾ ਕਿਸ ਤਰੀਕੇ ਨਾਲ ਦੇਸ਼ ਦਾ ਹੜਪਿਆ ਜਾ ਰਿਹਾ ਹੈ, ਚਾਹੇ ਉਹ SBI ਦਾ ਹੈ, LIC ਦਾ ਹੈਗਾ, ਤੇ ਉਸੇ ਕੁਐਸਚਨ ਰੇਜ਼ ਲੋਕ ਸਭਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਜੀ ਦੇ ਪੂਰੇ 9 ਦਿਨਾਂ ਬਾਅਦ ਉਸ ਸ਼ਿਕਾਇਤਕਰਤਾ ਨੇ, ਜਿਹੜੇ BJP ਦੇ ਵਿਧਾਇਕ ਨੇ, ਉਹਨਾਂ ਨੇ ਦੁਬਾਰਾ ਤੋਂ ਉਹ ਫਾਈਲ ਨੂੰ ਓਪਨ ਕੀਤਾ ਔਰ ਸਟੇ ਆਰਡਰ ਵਾਪਸ ਲੈ ਕੇ ਉੱਤੇ ਦੁਬਾਰਾ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ। ਔਰ ਹੇਠਲੀ ਅਦਾਲਤ ਵਿੱਚ ਸੁਣਵਾਈ ਮੁੜ ਸ਼ੁਰੂ ਹੋ ਗਈ, ਜਿਹੜੀ ਕਿ 27 ਫਰਵਰੀ 2023 ਨੂੰ ਇਹ ਜਿਹੜੀ ਕਾਰਵਾਈ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ। ਔਰ 23 ਮਾਰਚ 2023 ਨੂੰ ਇਹ ਜਿਹੜਾ ਵੀ ਡਿਸੀਜਨ ਹੋਇਆ ਰਾਹੁਲ ਗਾਂਧੀ ਜੀ ਦੇ ਉੱਤੇ ਜਿਹੜਾ ਡੈਫਾਮੇਸ਼ਨ ਦਾ ਕੇਸ ਪਾਇਆ ਗਿਆ, ਵਿਦਿਨ 1 ਮੰਥ ਮਾਨਯੋਗ ਕੋਰਟ ਵੱਲੋਂ, ਜੱਜ ਸਾਹਿਬ ਵੱਲੋਂ ਉਹਨਾਂ ਨੂੰ 2 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਕਿੰਨਾ ਜਲਦੀ ਇਹ ਪ੍ਰੋਸੀਜਰ ਚੱਲਿਆ, ਕਿੰਨੀਆਂ ਜਲਦੀ ਇਸ ਚੀਜ਼ ਦੇ ਉੱਤੇ ਕਿੰਨਾ ਮੈਨੂੰ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਪ੍ਰੈਸ਼ਰ ਪਾਇਆ ਹੋਏਗਾ ਨਰਿੰਦਰ ਮੋਦੀ ਜੀ ਨੇ ਜਾਂ ਭਾਜਪਾ ਸਰਕਾਰ ਨੇ ਕਿ ਇਹ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣ ਵਾਲੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਜਲਦੀ ਤੋਂ ਜਲਦੀ ਸਪਰੈਸ ਕੀਤਾ ਜਾਏ, ਖਤਮ ਕੀਤੀ ਜਾਏ, ਰੋਕੀ ਜਾ ਸਕੇ। ਉਹਨਾਂ ਤੇ ਸਜ਼ਾ ਵੀ ਸੁਣਵਾਈ ਗਈ। ਔਰ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਾਡੇ ਦੇਸ਼ ਦੇ ਵਿੱਚ ਕਿਸੇ ਤੇ ਮਾਨਹਾਨੀ ਦਾ ਕੇਸ ਪਿਆ ਹੋਏ ਜਾਂ ਡੈਫਾਮੇਸ਼ਨ ਦਾ ਕੇਸ ਪਿਆ ਹੋਏ।
ਔਰ ਉਹਦੇ ਤੇ ਇੰਨੀ ਇੱਕ ਵਿਦਿਨ 1 ਮੰਥ ਉਹਦੇ ਤੇ ਸਜ਼ਾ ਵੀ ਸੁਣਵਾ ਦਿੱਤੀ ਗਈ ਹੋਏ ਔਰ ਉਹਨਾਂ ਦੀ ਮੈਂਬਰਸ਼ਿਪ ਰੱਦ ਵੀ ਕਰ ਦਿੱਤੀ ਹੋਏ। ਇਹ ਸਾਫ਼ ਤੌਰ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਭਾਜਪਾ ਸਰਕਾਰ ਡਰੀ ਹੋਈ ਹੈ ਔਰ ਇਸ ਚੀਜ਼ ਦੇ ਉੱਤੇ ਜਵਾਬ ਨਾ ਦੇਣ ਕਰਕੇ, ਲੋਕ ਸਭਾ ਦੇ ਵਿੱਚ ਸਪੀਚਲੈਸ ਹੋਣ ਕਰਕੇ, ਰਾਹੁਲ ਗਾਂਧੀ ਜੀ ਦੇ ਲਗਾਤਾਰ ਅਡਾਨੀ ਜੀ ਤੇ ਸਵਾਲ ਪੁੱਛਣ ਕਰਕੇ, ਇਹ ਸਵਾਲ ਜਿਹੜੇ ਸੀਗੇ ਉਹਨਾਂ ਦੇ ਦੱਬਣ ਕਰਕੇ ਇਹ ਸਾਰਾ ਦਾ ਸਾਰਾ ਢੋਂਗ ਰਚਿਆ ਗਿਆ, ਜਿੱਥੇ ਖਾਸ ਤੌਰ ਤੇ ਇਹ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਸਰਕਾਰ, ਨਰਿੰਦਰ ਮੋਦੀ ਜੀ ਉਹਨਾਂ ਦੇ ਸਵਾਲਾਂ ਤੋਂ ਬੁਖਲਾਈ ਹੋਈ ਹੈ। ਔਰ ਸਾਡਾ ਸਭ ਤੋਂ ਵੱਡਾ ਸਵਾਲ, ਗੌਤਮ ਅਡਾਨੀ ਜੀ ਕੋਲ ਆਇਆ 20,000 ਕਰੋੜ ਰੁਪਏ ਦਾ ਜਿਹੜਾ ਪੈਸਾ ਹੈਗਾ, ਇਹ ਕਿੱਥੋਂ ਆਇਆ? ਇਹ ਕਿਸ ਤਰ੍ਹਾਂ ਆਇਆ? ਵਿਦੇਸ਼ੀ ਕੰਪਨੀਆਂ ਦਾ ਬਾਹਰੋਂ ਆਇਆ ਪੈਸਾ, ਕਿਆ ਇਹ ਸਿਆਸੀ ਪੈਸਾ ਹੈਗਾ? ਔਰ ਜਿਸ ਕੰਪਨੀ ਦਾ ਪੈਸਾ, ਜਿਸ ਕੰਪਨੀ ਦਾ ਸ਼ੇਅਰ ਪ੍ਰਾਈਸ 1 ਤੋਂ 2 ਰੁਪਇਆ ਹੋਵੇ, ਉਹ ਰਾਤੋਂ ਰਾਤ 3,000 ਰੁਪਏ ਨੂੰ ਟੱਚ ਕਰ ਜੇ। ਔਰ ਕਿਆ ਇਹਦੇ ਵਿੱਚ ਕੋਈ ਚਾਲ ਨਹੀਂ ਲੱਗਦੀ? ਐਸਾ ਕਿਹੜਾ ਪ੍ਰੋਡਕਟ ਤੁਸੀਂ ਕੰਪਨੀ ਨੇ ਬਣਾਤਾ ਕਿ ਰਾਤੋਂ ਰਾਤ ਲੋਕਾਂ ਨੇ ਉੱਥੇ ਪੈਸੇ ਇਨਵੈਸਟ ਕਰਨੇ ਸ਼ੁਰੂ ਕਰ ਦਿੱਤੇ? ਔਰ ਭਾਜਪਾ ਸਰਕਾਰ ਨੇ, ਨਰਿੰਦਰ ਮੋਦੀ ਜੀ ਨੇ LIC ਔਰ ਉਸ ਤੋਂ ਬਾਅਦ SBI ਦਾ ਪੈਸਾ, ਜਿਹੜਾ ਲੋਕਾਂ ਦਾ ਸੇਵਿੰਗਸ ਦਾ ਪੈਸਾ, ਆਮ ਲੋਕਾਂ ਦਾ ਪੈਸਾ, ਉੱਥੇ ਲੱਖਾਂ ਦੇ ਤਾਦਾਦ ਦੇ ਉੱਤੇ ਉਹਨਾਂ ਦੇ ਕੰਪਨੀ ਦੀ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਗਾ ਦਿੱਤਾ। ਔਰ ਇਹ ਪੈਸਾ ਵਾਪਸ ਕਿਸ ਤਰ੍ਹਾਂ ਆਏਗਾ? ਜਦੋਂ ਹਿਡਨਬਰਗ ਦੀ ਰਿਪੋਰਟ ਆਈ ਕਿ ਆਰਟੀਫਿਸ਼ੀਅਲ ਇਨਵੈਸਟਮੈਂਟਸ ਕੀਤੀਆਂ ਜਾ ਰਹੀਆਂ, ਇਹ ਮੋਦੀ ਜੀ, ਅਡਾਨੀ ਜੀ ਵੱਲੋਂ, ਲਲਿਤ ਮੋਦੀ ਜੀ ਵੱਲੋਂ, ਜਦੋਂ ਇਹਨਾਂ ਤੇ ਇੰਨੇ ਕੇਸ ਪੈ ਰਹੇ ਨੇ, ਇੰਨੀਆਂ ਸਾਰੇ ਕੁਐਸਚਨ ਰੇਜ਼ ਹੋ ਰਹੇ ਨੇ, ਅੱਜ ਵੀ ਸਾਰੇ ਲੋਕ, ਸਰਕਾਰ ਜਿਹੜੀ ਚੁੱਪ ਕਰਕੇ ਬੈਠੀ ਹੈ। ਔਰ ਸਭ ਤੋਂ ਵੱਡਾ ਸਵਾਲ, ਡੈਫਾਮੇਸ਼ਨ ਦਾ ਕੇਸ ਪਾਣਾ, ਮੈਂ ਨਹੀਂ ਕਹਿੰਦੀ ਇਹ ਕੋਈ ਗਲਤ ਹੈ, ਪਰ ਉਹਨਾਂ ਲੋਕਾਂ ਦਾ ਕੀ ਬਣੇਗਾ ਜਿਨ੍ਹਾਂ ਨੇ ਅੱਜ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ 523 ਦੇ ਵਿੱਚੋਂ 269 ਜਿਹੜੇ ਲੋਕ ਸਭਾ ਭਾਜਪਾ ਦੇ ਮੈਂਬਰਸ ਨੇ, ਅੱਜ ਉਹਨਾਂ ਤੇ ਹੀਨੀਅਸ ਔਰ ਆਫੈਂਸਿਵ ਕ੍ਰਾਈਮਸ ਚੱਲ ਰਹੇ ਨੇ, ਅਟੈਂਪਟ ਟੂ ਮਰਡਰ ਦੇ ਕੇਸਿਸ ਚੱਲ ਰਹੇ ਨੇ। ਅੱਜ ਉਹਨਾਂ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ, ਅੱਜ ਉਹਨਾਂ ਦੀ ਕੋਈ ਸਦੱਸਿਅਤਾ ਨਹੀਂ ਰੱਦ ਕੀਤੀ ਜਾ ਰਹੀ। ਉਹ ਉੱਥੇ ਬੈਠ ਕੇ ਭਾਜਪਾ ਸਰਕਾਰ ਦਾ ਲੁਫਤ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ। ਔਰ ਜਿਹੜੀ ਸਰਕਾਰ ਨੇ, ਭਾਜਪਾ ਸਰਕਾਰ ਨੇ, ਸਾਡੇ ਕਾਂਗਰਸ ਪਾਰਟੀ ਦੇ ਲੀਡਰਸ ਔਰ ਜਿਨ੍ਹਾਂ ਨੇ ਸਾਡੇ ਦੇਸ਼ ਲਈ ਬਲੀਦਾਨ ਦੇ ਦਿੱਤਾ, ਸ਼ਹਾਦਤਾਂ ਦੇ ਦਿੱਤੀਆਂ, ਔਰ ਉਹਨਾਂ ਦੇ ਉੱਤੇ ਐਸੇ ਵਰਡ ਯੂਜ਼ ਕਰਨਾ ਕਿ ਕਾਂਗਰਸ ਦੇ ਇੱਕ ਵਿਧਵਾ ਜੈਸੇ ਵਰਡ ਯੂਜ਼ ਕੀਤੇ ਗਏ। ਔਰ ਸਾਡੇ ਦੇਸ਼ ਦੇ ਨਹਿਰੂ ਜੀ ਹੋਣ, ਰਾਜੀਵ ਗਾਂਧੀ ਜੀ ਹੋਣ, ਇਹਨਾਂ ਸਾਰਿਆਂ ਲਈ ਭੱਦੇ ਸ਼ਬਦਾਵਲੀ ਇਸ ਭਾਜਪਾ ਸਰਕਾਰ ਲਈ ਯੂਜ਼ ਕੀਤੇ ਗਏ। ਸਦਾਮ ਜੈਸੇ ਵਰਡ ਯੂਜ਼ ਕੀਤੇ ਗਏ। ਕਿਆ ਇਹਨਾਂ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ ਬਣਦਾ? ਸਿਰਫ ਇਹਨਾਂ ਨੂੰ ਸੱਤਾ ਦੇ ਵਿੱਚ ਰਹਿਣ ਕਰਕੇ ਜਿਹੜੇ ਲੋਕ ਤੁਹਾਨੂੰ ਸਵਾਲ ਕਰ ਰਹੇ ਨੇ, ਸੱਚ ਪੁੱਛ ਰਹੇ ਨੇ, ਲੋਕਾਂ ਦੀ ਆਵਾਜ਼ ਪੁੱਛ ਰਹੇ ਨੇ, ਜੋ ਤੁਹਾਨੂੰ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਦੀ ਤੁਸੀਂ ਆਵਾਜ਼ ਨੂੰ ਸਪਰੈਸ ਕਰਨ ਲਈ ਇੰਨੀਆਂ ਪੱਦੇ ਜਿਹੜੇ ਤੁਸੀਂ ਆਪਣੇ ਚਾਲਾਂ ਚੱਲਣ ਦੀਆਂ ਕੋਸ਼ਿਸ਼ਾਂ ਕਰ ਰਹੇ ਹੋ ਔਰ ਐਸੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆ ਰਹੇ ਹੋ, ਕਿਆ ਤੁਹਾਡੇ ਤੇ ਕੋਈ ਡੈਫਾਮੇਸ਼ਨ ਦਾ ਕੇਸ ਨਹੀਂ ਬਣਦਾ? ਔਰ ਅਸੀਂ, ਸਾਡੀ ਸਾਰੀ ਕਾਂਗਰਸ ਪਾਰਟੀ ਇਸ ਚੀਜ਼ ਦੀ ਨਿੰਦਾ ਕਰਦੀ ਹੈ ਔਰ ਇਸ ਚੀਜ਼ ਦਾ ਡਟ ਕੇ ਅਸੀਂ ਲਗਾਤਾਰ ਵਿਰੋਧ ਕਰਾਂਗੇ। ਔਰ ਜਿਸ ਤਰ੍ਹਾਂ ਦੇ ਨਾਲ ਸਾਡੇ ਰਾਹੁਲ ਗਾਂਧੀ ਜੀ ਦੇ ਨਾਲ, ਇੰਨੇ ਸੀਨੀਅਰ ਲੀਡਰ ਦੇ ਨਾਲ ਭਾਜਪਾ ਸਰਕਾਰ ਨੇ ਇੰਨਾ ਵੱਡਾ ਢੋਂਗ ਰਚਿਆ, ਅਗਰ ਐਸੇ ਲੀਡਰਾਂ ਦੇ ਨਾਲ ਇਸ ਤਰ੍ਹਾਂ ਹੋਏਗਾ ਤੇ ਸਾਡੇ ਆਮ ਵਰਕਰਾਂ ਦੇ ਨਾਲ ਕੀ ਹੋਏਗਾ? ਆਮ ਲੋਕਾਂ ਦੇ ਨਾਲ ਕੀ ਹੋਏਗਾ? ਤੁਹਾਡੇ ਜੈਸੇ ਲੋਕਾਂ ਦੇ ਨਾਲ ਕੀ ਹੋਏਗਾ ਜੇ ਤੁਹਾਡੇ ਤੇ ਕੋਈ ਝੂਠੇ ਪਰਚੇ ਪਾਏ ਜਾਣਗੇ ਜਾਂ ਗਲਤ ਚੀਜ਼ਾਂ ਦੇ ਵਿੱਚ ਤੁਹਾਨੂੰ ਫਸਾਇਆ ਜਾਏਗਾ? ਸੋ ਸਾਡਾ ਦੇਸ਼ ਜਿਹੜਾ ਹੈਗਾ ਇਸ ਸੰਵਿਧਾਨ ਦੇ ਵਿੱਚ ਬਹੁਤ ਹੀ ਰਿਸਕ ਤੇ ਚੱਲ ਰਿਹਾ ਔਰ ਮੈਂ ਕਾਮਨਾ ਕਰਦੀ ਹਾਂ ਕਿ ਇਹ ਮੈਸੇਜ ਘਰ ਘਰ ਤੱਕ ਪਹੁੰਚੇ ਔਰ ਜਿਸ ਤਰ੍ਹਾਂ ਦੇ ਨਾਲ ਕੇਂਦਰ ਸਰਕਾਰ ਇੰਨੀ ਜ਼ਲੀਲਤਾ ਦੇ ਨਾਲ ਸਾਡੇ ਉੱਪਰ ਆਪਣੀਆਂ ਜ਼ਬਰਦਸਤੀ ਹਰ ਚੀਜ਼ ਦੀ ਕਾਰਵਾਈਆਂ ਕਰਨ ਤੇ ਠੋਸਣ ਤੇ ਮਜਬੂਰ ਹੋਈ ਹੈ, ਅਸੀਂ ਇਹਦੀ ਕੜੀ ਨਿੰਦਾ ਕਰਦੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਇਸ ਚੀਜ਼ ਨੂੰ ਡਿਸਕੁਆਲੀਫਾਈ ਜੋ ਕੀਤਾ ਉਸ ਚੀਜ਼ ਤੇ ਦੁਬਾਰਾ ਰਿਵਿਊ ਕਰਕੇ, ਹਾਈ ਕੋਰਟ ਦੇ ਵਿੱਚ ਵੀ ਜੇ ਕੇਸ ਲੱਗਿਆ ਤੇ ਹਜੇ ਕੋਰਟ ਦੇ ਕੇਸਿਸ ਦੀ ਅਸੀਂ ਗੱਲ ਕਰੀਏ, ਰਿਵਿਊ ਪਟੀਸ਼ਨ ਇਸ ਹਜੇ ਪੈਂਡਿੰਗ ਹੈਗੀ ਹੈ ਔਰ ਜੋ ਉਸ ਤੇ ਕੀਤਾ ਜਾਏ, ਸੁਪਰੀਮ ਕੋਰਟ ਦੇ ਆਰਡਰ ਜਿਹੜੇ ਪੈਂਡਿੰਗ ਹੈਗੇ ਨੇ, ਕਾਫੀ ਸਾਰੇ ਜਿਨ੍ਹਾਂ ਦੇ ਉਹ ਡਿਸਕੁਆਲੀਫਾਈਡ ਹੋਏ ਆ, ਅਸੀਂ ਇਸ ਤੇ ਡਟ ਕੇ ਲੜਾਂਗੇ ਵੀ, ਵਿਰੋਧ ਵੀ ਕਰਾਂਗੇ ਔਰ ਜਦੋਂ ਤੱਕ ਇਸ ਚੀਜ਼ ਤੇ ਰਿਵਿਊ ਦੁਬਾਰਾ ਨਹੀਂ ਕੀਤਾ ਜਾਂਦਾ ਕੇਂਦਰ ਸਰਕਾਰ ਵੱਲੋਂ, ਸਾਡੀ ਕਾਂਗਰਸ ਪਾਰਟੀ ਇਹਦਾ ਡਟ ਕੇ ਲਗਾਤਾਰ ਵਿਰੋਧ ਕਰਦੀ ਰਹੇਗੀ। ਇਹ ਜਿਹੜਾ ਡਿਸੀਜਨ ਕੋਰਟ ਨੇ ਦਿੱਤਾ, ਕਿਆ ਤੁਸੀਂ ਕੋਰਟ ਦੇ ਡਿਸੀਜਨ ਨੂੰ ਨਹੀਂ ਮੰਨਦੇ? ਦੇਖੋ, ਡਿਸੀਜਨ ਕੋਰਟ ਨੇ ਦਿੱਤਾ ਹੈ, ਬੜੀ ਜਲਦੀ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ, ਅਸੀਂ ਪੂਰਾ ਸਤਿਕਾਰ ਕਰਦੇ ਹਾਂ ਉਸ ਚੀਜ਼ ਦਾ, ਬਟ ਇਸ ਚੀਜ਼ ਤੇ ਵੀ ਸਾਨੂੰ ਗੌਰ ਫਰਮਾਉਣਾ ਚਾਹੀਦਾ ਕਿ ਤੁਸੀਂ ਸੁਣਿਆ ਹੋਏਗਾ ਕਿ ਜਿਸ ਜੱਜ ਸਾਹਿਬ ਨੇ ਇਹ ਆਰਡਰ ਦਿੱਤੇ ਨੇ ਉਹਨਾਂ ਨੂੰ ਹੁਣ ਰੀਸੈਂਟਲੀ, ਜਿਸ ਤਰ੍ਹਾਂ ਸਾਡੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਵੀ ਦੱਸਿਆ ਕਿ ਉਹਨਾਂ ਨੂੰ ਇਨਸਟੈਂਟ ਉਹਨਾਂ ਨੂੰ ਪ੍ਰਮੋਸ਼ਨ ਵੀ ਦੇ ਦਿੱਤੀ ਗਈ ਹੈ। ਸੋ ਇਹਦੇ ਬਾਰੇ ਵੀ ਸਵਾਲ ਕਰਨਾ ਬਣਦਾ, ਕਿਆ ਉਹਨਾਂ ਦੀ ਪ੍ਰਮੋਸ਼ਨ ਔਰ ਇਸ ਜਜਮੈਂਟ ਦੇਣੀ ਔਰ ਇਸ ਮੁੱਦੇ ਤੇ ਜਜਮੈਂਟ ਦੇਣੀ, ਕਿਆ ਇਹ ਲਿੰਕ ਕਰਦੇ ਹੈ ਕਿ ਨਹੀਂ ਕਰਦੇ? ਅਸੀਂ ਸਤਿਕਾਰ ਕਰਦੇ ਹਾਂ, ਬਟ ਜੋ ਇਸ ਟਾਈਮ ਜੋ ਡਿਸੀਜਨ ਆਇਆ ਇਸ ਤੇ ਅਸੀਂ ਬਿਲਕੁਲ ਵੀ ਸਪੋਰਟ ਨਹੀਂ ਕਰਦੇ। ਜਿਸ ਤਰ੍ਹਾਂ ਕਿ ਅੱਜ ਤੁਹਾਨੂੰ ਪਤਾ ਸਾਡੇ
ਪੰਜਾਬ ਦੇ ਪ੍ਰਵਕਤਾ ਸਾਡੇ ਟੀਨਾ ਚੌਧਰੀ ਜੀ ਨੇ ਤੁਹਾਨੂੰ ਬੜੀ ਤਫਸੀਲ ਨਾਲ ਇਸ ਕੇਸ ਦੇ ਬਾਰੇ ਦੱਸਿਆ। ਮੈਂ ਇਸ ਤਰ੍ਹਾਂ ਕਹਿਣਾ ਚਾਹੁੰਦਾ ਵਾਂ ਵੀ ਅੱਜ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਦੀ ਹੱਤਿਆ ਹੋ ਰਹੀ ਆ। ਜਿਸ ਤਰ੍ਹਾਂ ਕਿ ਤੁਹਾਡੇ ਚੋਂ ਹੀ ਇੱਕ ਪੱਤਰਕਾਰ ਭਰਾ ਨੇ ਸਵਾਲ ਕੀਤਾ ਵੀ ਕਿਆ ਅਸੀਂ ਕੋਰਟ ਦੇ ਡਿਸੀਜਨ ਨੂੰ ਨਹੀਂ ਮੰਨਦੇ। ਤੁਸੀਂ ਆ ਦੇਖੋ, ਅੱਜ ਕੋਰਟ 'ਚ ਕੋਈ ਵੀ ਇੱਕ ਕੇਸ ਵੀ ਲਗਾਉਂਦੇ ਆ ਤਾਂ ਉਹਦੀ 2-2 3-3 ਮਹੀਨੇ ਦੀ ਤਰੀਕ ਹੀ ਮਿਲਦੀ ਆ। ਔਰ ਜਿਸ ਤਰੀਕੇ ਨਾਲ ਆਨਨ ਫਾਨਨ 'ਚ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਰਾਹੁਲ ਗਾਂਧੀ ਜੀ ਦੇ ਕੇਸ ਦੇ ਉੱਤੇ ਉਹਨਾਂ ਨੇ ਫੈਸਲਾ ਦਿੱਤਾ ਗਿਆ ਔਰ ਆਨਨ ਫਾਨਨ 'ਚ ਉਹਨਾਂ ਦੀ ਸੰਸਦ ਦੀ ਸਦੱਸਿਅਤਾ ਨੂੰ ਰੱਦ ਕੀਤਾ ਗਿਆ। ਇਹ ਸ਼ੱਕ ਪੈਦਾ ਕਰਦਾ ਵੀ ਇਹ ਜਿਹੜਾ ਇਹਦੇ 'ਚ ਕਨਸਪੀਰੇਸੀ ਹੋਈ ਆ, ਸਾਜ਼ਿਸ਼ ਹੋਈ ਆ। ਔਰ ਮੈਂ ਸਮਝਣਾ ਵੀ ਜਿਸ ਸਾਜ਼ਿਸ਼ ਦੇ ਤਹਿਤ ਰਾਹੁਲ ਗਾਂਧੀ ਜੀ ਨਾਲ ਧੱਕਾ ਕੀਤਾ ਜਾ ਰਿਹਾ, ਹਿੰਦੁਸਤਾਨ ਦੀ ਲੋਕਤੰਤਰ ਨੂੰ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ। ਤੁਸੀਂ ਦੇਖੋ, ਤੁਹਾਡੇ ਸਾਹਮਣੇ ਹੀ ਹੈ, ਜਦੋਂ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਅਡਾਨੀਆਂ ਦੇ ਖਿਲਾਫ ਸਵਾਲ ਚੁੱਕੇ, ਬੇਰੁਜ਼ਗਾਰੀ ਦੇ ਉੱਤੇ ਸਵਾਲ ਚੁੱਕੇ, ਮਹਿੰਗਾਈ ਦੇ ਉੱਤੇ ਸਵਾਲ ਚੁੱਕੇ ਤੇ ਕਿਸੇ ਨੇ ਉਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਔਰ ਭਾਰਤ ਜੋੜੋ ਯਾਤਰਾ ਜਿਸ ਤਰੀਕੇ ਨਾਲ ਕਾਮਯਾਬ ਹੋਈ ਆ, ਉਹਦੇ ਤੋਂ ਬੀਜੇਪੀ ਸਰਕਾਰ ਨੂੰ ਲੱਗਾ ਵੀ ਸਾਡਾ ਆਉਣ ਵਾਲਾ ਸਮੇਂ ਜਿਹੜਾ ਖਰਾਬ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਉਹਨਾਂ ਕੋਲੋਂ ਰਾਹੁਲ ਜੀ ਦੀ ਲੋਕਪ੍ਰਿਯਤਾ ਦੇਖੀ ਨਹੀਂ ਗਈ। ਔਰ ਉਹਨਾਂ ਨੇ ਆਨਨ ਫਾਨਨ 'ਚ ਇਸ ਤਰ੍ਹਾਂ ਦਾ ਇੱਕ ਡਿਸੀਜਨ ਲੈ ਕੇ, ਇੱਕ ਸਾਜ਼ਿਸ਼ ਕਰਕੇ ਉਹਨਾਂ ਦੀ ਸੰਸਦ ਸਦੱਸਿਅਤਾ ਜਿਹੜੀ ਰੱਦ ਕੀਤੀ ਆ। ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਹਿੰਦੁਸਤਾਨ ਨੂੰ ਕਿ ਆਪਣੇ ਦੇਸ਼ ਨੂੰ, ਸਟੇਟ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ, ਅਸੀਂ ਇਸ ਮੁੱਦੇ ਦੇ ਉੱਤੇ ਚੁੱਪ ਨਹੀਂ ਰਹਾਂਗੇ। ਸਾਡੀ ਕਾਂਗਰਸ ਪਾਰਟੀ ਬਿਲਕੁਲ ਸ਼ਾਂਤ ਨਹੀਂ ਰਹੇਗੀ। ਅਸੀਂ ਇਸ ਮੁੱਦੇ ਨੂੰ ਗਲੀ ਘਰ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਇਹ ਦੱਸਾਂਗੇ ਵੀ ਕਿਸ ਤਰੀਕੇ ਨਾਲ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਰਾਹੁਲ ਗਾਂਧੀ ਨਾਲ ਧੱਕਾ ਕਰ ਰਹੀ ਹੈ, ਕਾਂਗਰਸ ਨਾਲ ਧੱਕਾ ਕਰ ਰਹੀ ਹੈ। ਕਿਉਂਕਿ ਇਹ ਕਦੀ ਵੀ ਜਦੋਂ ਜ਼ਰੂਰੀ ਮੁੱਦਿਆਂ ਦੇ ਉੱਤੇ ਕਦੀ ਜਵਾਬ ਨਹੀਂ ਦਿੰਦੇ, ਉਸ ਲਈ ਚੁੱਪ ਕਰ ਜਾਂਦੇ ਆ ਔਰ ਹਮੇਸ਼ਾ ਹੀ ਪਿਛਲੇ ਚੋਰ ਦਰਵਾਜ਼ੇ ਰਾਹੀਂ ਧੱਕਾ ਕਰਦੇ ਆ। ਔਰ ਇਹ ਧੱਕਾ ਪਿਛਲੇ ਕਈਆਂ ਸਾਲਾਂ ਤੋਂ ਆਮ ਜਨਤਾ ਵੀ ਦੇਖ ਰਹੀ, ਅਸੀਂ ਲੋਕ ਵੀ ਦੇਖ ਰਹੇ ਹਾਂ ਔਰ ਇਸ ਨੂੰ ਕਿਸੇ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਮੈਂ ਦੱਸਣਾ ਚਾਹਾਂਗਾ ਵੀ ਅਸੀਂ ਇਸ ਮੁੱਦੇ ਨੂੰ ਬਿਲਕੁਲ ਲੋਕਾਂ ਦੇ ਵਿੱਚ ਲੈ ਕੇ ਔਰ ਘਰ ਲੋਕਾਂ ਤੱਕ ਜਾਵਾਂਗੇ, ਨੁੱਕੜ ਮੀਟਿੰਗਾਂ ਰਾਹੀਂ ਲੋਕਾਂ ਨੂੰ ਦੱਸਾਂਗੇ ਵੀ ਰਾਹੁਲ ਗਾਂਧੀ ਜੀ ਨਾਲ ਕਿੱਦਾਂ ਧੱਕਾ ਹੋ ਰਿਹਾ। ਰਾਹੁਲ ਗਾਂਧੀ ਦੀ ਸਦੱਸਿਅਤਾ ਰੱਦ ਇਹ ਤੁਹਾਡੇ ਸਾਹਮਣੇ ਹੀ ਆ। ਨਹੀਂ ਤੇ 1 ਮਹੀਨੇ ਦੇ ਵਿੱਚ ਵੀ ਕਦੀ ਤੁਸੀਂ ਵੀ, ਤੁਹਾਨੂੰ ਵੀ ਇੰਨੀ ਲਾਈਫ ਹੋ ਗਈ, ਕਿਆ ਦੱਸੋ ਕਿਸੇ ਕੇਸ ਦਾ ਫੈਸਲਾ ਕਦੀ 1 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਆਇਆ, ਜਦੋਂ ਕਿ ਹਲੇ ਕੇਸ ਲੱਗਦੇ ਪੜ੍ਹਦੇ ਤੱਕ ਜਾਂਦਾ ਤੇ ਔਰ ਲੋअर कोर्ट ने ही एडा बड़ा फैसला देता। एवन हैंडीक्राफ्ट मेटल वर्ल्ड की दुनिया में आपका स्वागत है। किसी भी तरह की इमारत बनाने के बाद चिंता होती है कि उसे सजाने की, तो इस चिंता को भूलकर सजाइए अपने सपनों का घर। ऑफिस, होटल, रिजॉर्ट या फिर अपने कारोबारी बिल्डिंग को, फिर चाहे वह वास्तु के हिसाब से हो या फिर आधुनिक शैली के हिसाब से, हर तरह की वैरायटी मिलेगी आपको केवल एवन हैंडीक्राफ्ट पठानकोट में। The metal decor world and the largest stock keeping unit of metal decor in the region. एवन हैंडीक्राफ्ट पठानकोट है मैन्युफैक्चरर्स, कस्टमाइजर्स, इनोवेटर्स, थोक सप्लायर्स एंड होलसेलर। एवन हैंडीक्राफ्ट पठानकोट की सबसे बड़ी खासियत है कि इनके द्वारा बनाया गया हर प्रोडक्ट जंग रहित प्रोडक्ट है। जी हाँ, रस्ट फ्री। एवन हैंडीक्राफ्ट पठानकोट के पास वॉल आर्ट, वासेस एंड प्लांटर्स, मिरर एंड क्लॉक्स, फ्लोर एंड टेबल लैम्प, कंसोल्स एंड नेस्टिंग टेबल्स, figurines and statue and much more. Even handicrafts, we undertake interior metal decor projects. ये सब मिलेंगे आपको एक ही छत के नीचे। पंजाब, हिमाचल प्रदेश और जम्मू कश्मीर के लिए भी थोक और परचून की सेवा उपलब्ध है। इन दिनों मिलेगा आपको स्पेशल डिस्काउंट। एक बार जरूर आइए और मौका दीजिए एवन हैंडीक्राफ्ट पठानकोट को आपके सपनों की दुनिया को सजाने का। एवन हैंडीक्राफ्ट, स्ट्रीट एडजॉइनिंग एवंस केक्स एंड बेक्स, नज़दीक पीर बाबा चौक, ढांगू रोड, पठानकोट। आप इन नंबरों पर भी संपर्क कर सकते हैं 9417604147 या फिर 9780546468।